ਇਹ ਪ੍ਰੋਗਰਾਮ ਪ੍ਰਾਈਮ ਏਸ਼ੀਆ ਟੀਵੀ ਦੀ ਪ੍ਰਾਪਰਟੀ ਹੈ। ਇਸ ਦੇ ਕੰਟੈਂਟ ਨੂੰ ਆਡੀਓ ਜਾਂ ਫਿਰ ਵੀਡੀਓ ਰੂਪ ਵਿੱਚ ਚੋਰੀ ਕਰਕੇ YouTube, Facebook ਜਾਂ ਹੋਰ ਕਿਸੇ ਮਾਧਿਅਮ ਰਾਹੀਂ ਵਰਤਣਾ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਹੈ। ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਤਿ ਸ਼੍ਰੀ ਅਕਾਲ। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਜਤਿੰਦਰ ਪੰਨੂ ਸ਼ੋ ਦੇ ਵਿੱਚ। ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਸ਼ਰਮਾ। ਸਾਡੇ ਖਾਸ ਮਹਿਮਾਨ ਜਤਿੰਦਰ ਪੰਨੂ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਜੀ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਗੋਆ ਦੇ ਵਿੱਚ 2 ਵਿਧਾਨ ਸਭਾ ਸੀਟਾਂ ਤੇ ਦਿੱਲੀ ਦੇ ਵਿੱਚ 1 ਵਿਧਾਨ ਸਭਾ ਸੀਟ ਤੇ ਉਪ ਚੋਣ ਜਿਹੜੀ ਸੀ ਉਹ ਰੌਲੇ ਦੇ ਵਿੱਚ ਰੁਲ ਕੇ ਰਹਿ ਗਈ। ਹੁਣ ਗੋਆ ਦੇ ਵਿੱਚ ਜਿਹੜੀਆਂ 2 ਸੀਟਾਂ ਤੇ ਭਾਜਪਾ ਨੇ ਕਬਜ਼ਾ ਕੀਤਾ ਤੇ ਦਿੱਲੀ ਦੇ ਵਿੱਚ ਆਪ ਨੇ ਇਸ ਸੀਟ ਤੇ ਕਬਜ਼ਾ ਕਰ ਲਿਆ, ਇਸ ਦੇ ਕੀ ਅਰਥ ਨਿਕਲਦੇ ਨੇ? ਦੇਖੋ, ਜੇ ਕਿਤੇ ਰੌਲਾ ਰਾਮ ਰਹੀਮ ਸਿੰਘ ਦਾ ਨਾਂ ਪਿਆ ਹੁੰਦਾ, ਸੱਚੇ ਸੌਦੇ ਵਾਲਾ, ਫਿਰ ਇਸ ਵੇਲੇ ਸਿਆਸਤ ਦੇ ਵਿੱਚ ਇਹ 3 ਸੀਟਾਂ, ਉਹਦਾ ਤੇ ਚੌਥੀ ਇੱਕ ਆਂਧਰਾ ਪ੍ਰਦੇਸ਼ ਦੀ ਵੀ ਹੈ ਜੀ, ਪਰ ਇਹਨਾਂ 3 ਸੀਟਾਂ ਦੇ ਉੱਤੇ ਘਮਸਾਨ ਮਚਿਆ ਹੋਣਾ ਸੀ। ਹਰ ਇੱਕ ਨੇ ਵਾਰ-ਵਾਰ ਫੋਨ ਕਰ ਪੁੱਛਣਾ ਸੀ, ਸੋਸ਼ਲ ਮੀਡੀਆ ਇਹ 'ਤੇ ਸਰਗਰਮ ਹੋਣਾ ਸੀ ਕਿ ਕੀ ਹੋ ਰਿਹਾ ਜੀ। ਉਹਦੇ ਰੌਲੇ 'ਚ, ਕਿਉਂਕਿ ਬਹੁਤ ਵੱਡਾ ਮੁੱਦਾ ਸੀ, ਇਹ ਉਪ ਚੋਣ ਰੌਲੇ 'ਚ ਰੁਲ ਕੇ ਰਹਿ ਗਏ। ਇਹ 3 ਸੀਟਾਂ 'ਚੋਂ ਘੱਟੋ ਘੱਟ 2 ਸੀਟਾਂ ਖਾਸ ਸੀ। ਗੋਆ ਦੇ ਵਿੱਚ 2 ਸੀਟਾਂ ਦੀ ਉਪ ਚੋਣ ਹੋਈ ਆ, 2 'ਚੋਂ 1 ਸੀਟ ਖਾਸ ਉੱਥੇ ਸੀ ਤੇ 1 ਉਪ ਚੋਣ ਵਾਲੀ ਸੀਟ ਦਿੱਲੀ 'ਚ ਖਾਸ ਸੀ। ਨਰਿੰਦਰ ਮੋਦੀ ਸਰਕਾਰ ਦੇ ਵਿੱਚ ਰੱਖਿਆ ਮੰਤਰੀ ਹੁੰਦੇ ਸੀ ਮਨੋਹਰ ਪਾਰੀਕਰ ਜੀ, ਚੰਗਾ ਸੀ, ਚੱਲੀ ਜਾਂਦੇ ਸੀ। ਇੱਥੋਂ ਆਖਿਆ ਗਿਆ ਜੀ ਠੀਕ ਨਹੀਂ ਚੱਲਦੇ, ਉੱਥੇ ਉਧਰ ਗੋਆ ਦੇ ਵਿੱਚ ਬੀਜੇਪੀ ਦੀ ਪ੍ਰੋਬਲਮ ਆ ਰਹੀ, ਆਪੋ 'ਚ ਲੀਡਰਾਂ ਦੀ ਇਕੱਠੇ ਨਹੀਂ ਹੋ ਰਹੇ। ਜੇ ਉੱਥੇ ਰਾਜ-ਕਾਜ ਸੰਭਾਲ ਕੇ ਰੱਖਣਾ ਤੇ ਮਨੋਹਰ ਪਾਰੀਕਰ ਨੂੰ ਉੱਥੇ ਭੇਜ ਦਿਓ, ਮੁੱਖ ਮੰਤਰੀ ਬਣਾ ਦਿਓ। ਬਣਾ ਦਿੱਤਾ। ਮੁੱਖ ਮੰਤਰੀ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਕਿਸੇ ਨਾ ਕਿਸੇ ਸੀਟ ਤੋਂ MLA ਬਣਨਾ ਪੈਂਦਾ। ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਸਾਡੇ ਪੰਜਾਬ ਦੇ ਨਾਲ ਜੀ, ਤੇ ਮਾਰਚ ਵਿੱਚ ਇਹ ਮੁੱਖ ਮੰਤਰੀ ਬਣਿਆ ਸੀ। ਮਾਰਚ ਤੋਂ ਬਾਅਦ ਸਤੰਬਰ ਤੋਂ ਪਹਿਲਾਂ ਇਹਨੂੰ ਕਿਸੇ ਨਾ ਕਿਸੇ ਸੀਟ ਤੋਂ MLA ਬਣਨਾ ਪੈਣਾ ਸੀ। ਉਹਨੇ ਆਪਣੇ ਇੱਕ ਨੇੜਲੇ ਮਿੱਤਰ ਨੂੰ ਆਖਿਆ, ਜਿਹੜਾ ਗੋਆ ਦੀ ਰਾਜਧਾਨੀ ਪਣਜੀ ਤੋਂ ਸੀ, ਵੀ ਤੂੰ ਆਪਣੀ ਸੀਟ ਛੱਡ ਦੇ, ਅਸਤੀਫਾ ਦੇ ਦੇ, ਇੱਥੋਂ ਮੈਂ ਚੋਣ ਲੜ ਲੈਣਾ। ਉਹਨੇ ਆਖਿਆ ਠੀਕ ਆ। ਉਹ ਸੀਟ ਖਾਲੀ ਕਰਤੀ, ਇਹਨੇ ਚੋਣ ਲੜੀ, ਜਿੱਤ ਗਿਆ ਜੀ। ਉਹਨੂੰ ਕਿਸੇ ਹੋਰ ਥਾਂ 'ਤੇ ਐਡਜਸਟ ਕਰ ਦੇਣਗੇ, ਕਈ MLA ਨਾਲੋਂ ਵੱਡੀਆਂ ਪੋਸਟਾਂ ਹੁੰਦੀਆਂ। ਉਹ ਸੀਟ ਖਾਲੀ ਕਰਾਈ, ਇਹ ਜਿੱਤ ਗਿਆ। ਮੁੱਖ ਮੰਤਰੀ ਆਮ ਤੌਰ 'ਤੇ ਉਪ ਚੋਣ 'ਚ ਜਿੱਤ ਹੀ ਜਾਂਦੇ ਹੁੰਦੇ, ਐਡੀ ਕੋਈ ਸਮੱਸਿਆ ਨਹੀਂ ਹੁੰਦੀ। 2 ਵਾਰੀ ਸਿਰਫ ਮੁੱਖ ਮੰਤਰੀ ਹਾਰੇ ਆ। ਇੱਕ ਤਾਂ ਉੱਤਰਾਖੰਡ ਦੇ ਵਿੱਚ ਮੁੱਖ ਮੰਤਰੀ ਖੜਾ ਸੀ ਤੇ ਚੋਣ ਵਿੱਚ ਹਾਰ ਗਿਆ ਸੀ। ਇੱਕ ਵਾਰੀ ਝਾਰਖੰਡ 'ਚ ਇਸ ਤਰ੍ਹਾਂ ਆਇਆ ਸੀ। ਬਾਕੀ ਸਭ ਥਾਵਾਂ ਦੇ ਉੱਤੇ ਮੁੱਖ ਮੰਤਰੀ ਜਦੋਂ ਖਲੋਂਦੇ ਆ ਤੇ ਲੋਕਾਂ ਨੂੰ ਇਹ ਹੁੰਦਾ ਕਿ ਸਾਡੇ ਹਲਕੇ ਦਾ MLA ਮੁੱਖ ਮੰਤਰੀ ਬਣਿਆ, ਹਲਕੇ ਦਾ ਵਿਕਾਸ ਬਹੁਤ ਕਰੂ, ਇਹਨੂੰ ਜਿਤਾ ਹੀ ਦਿਓ ਜੀ, ਤੇ ਜਿੱਤ ਗਿਆ। ਬੀਜੇਪੀ ਕਲੇਮ ਕਰ ਸਕਦੀ ਹੈ ਕਿ ਉੱਥੇ 2 ਸੀਟਾਂ ਸੀ ਤੇ ਦੋਵਾਂ ਦੇ ਉੱਤੇ ਅਸੀਂ ਜਿੱਤ ਗਏ ਤੇ ਅਸੀਂ ਬਹੁਤ ਵੱਡੀ ਜਿੱਤ ਜਿੱਤੀ ਹੈ। ਸੀਟਾਂ ਉਹਨਾਂ ਦੀਆਂ ਸੀ, ਉਹਨਾਂ ਨੇ ਜਿੱਤ ਲਈਆਂ, ਕੋਈ ਖਾਸ ਫਰਕ ਨਹੀਂ ਪੈਂਦਾ। ਆਂਧਰਾ ਪ੍ਰਦੇਸ਼ ਦੇ ਵਿੱਚ 1 ਸੀਟ ਖਾਲੀ ਹੋਈ ਸੀ, ਤੇਲਗੂ ਦੇਸ਼ਮ ਦੀ ਸੀ, ਉਹਨਾਂ ਨੇ ਫਿਰ ਜਿੱਤ ਲਈ, ਕੋਈ ਖਾਸ ਫਰਕ ਨਹੀਂ ਪਿਆ। ਦਿੱਲੀ ਵਿੱਚ ਵੀ ਜਿਹੜੀ ਸੀਟ ਖਾਲੀ ਹੋਈ ਉਹ ਆਮ ਆਦਮੀ ਪਾਰਟੀ ਦੀ ਸੀ ਤੇ ਹੁਣ ਜਿੱਤ ਵੀ ਆਮ ਆਦਮੀ ਪਾਰਟੀ ਦੀ ਹੋਈ ਹੈ। ਜੇ ਤਾਂ ਉਹਨਾਂ ਨਾਲ ਜੋੜ ਕੇ ਵੇਖੀਏ ਕਿ ਜਿਨ੍ਹਾਂ ਦੀ ਸੀਟ ਸੀ ਉਹ ਜਿੱਤ ਗਏ, ਫਿਰ ਤਾਂ ਦਿੱਲੀ ਵਿੱਚ ਵੀ ਕੋਈ ਖਾਸ ਫਰਕ ਨਹੀਂ ਪਿਆ ਜੀ। ਪਰ ਦਿੱਲੀ ਦੀ ਪੋਜੀਸ਼ਨ ਵੱਖਰੀ ਹੈ। ਉਹ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਸੀਟ ਦਾ ਚਿੱਤਾ ਕਰਾਉਣਾ ਚਾਹੁੰਦਾ, ਇੱਕ ਦਾ ਨਹੀਂ ਬਲਕਿ 2 ਦਾ, ਸਾਡੇ ਪੰਜਾਬ ਦਾ। ਮੋਗੇ ਤੋਂ 2 ਵਾਰੀਆਂ ਦਾ MLA ਸੀ ਕਾਂਗਰਸ ਪਾਰਟੀ ਦਾ ਜੋਗਿੰਦਰਪਾਲ ਜੈਨ। ਉਹਦੇ ਉੱਤੇ ਕੇਸ ਬਣੇ ਸਨ, ਉਹਨੂੰ ਸਜ਼ਾ ਹੋ ਗਈ। ਅਕਾਲੀਆਂ ਕੋਲ ਚਲਾ ਗਿਆ। ਬਾਦਲ ਪਿਓ ਪੁੱਤ ਨੇ ਆਖਿਆ ਜੇ ਤੂੰ ਸਾਡੀ ਮਦਦ ਲੈਣੀ ਹੈ ਤਾਂ ਇੱਕੋ ਤਰੀਕਾ, ਕਾਂਗਰਸ ਪਾਰਟੀ ਵੀ ਛੱਡ, ਅਸੈਂਬਲੀ ਦੀ ਸੀਟ ਵੀ ਛੱਡ, ਦੁਬਾਰਾ ਚੋਣ ਲੜਾਉਂਦੇ ਆ, ਟਿਕਟ ਤੈਨੂੰ ਅਸੀਂ ਅਕਾਲੀ ਦਲ ਦੀ ਦਿੰਦੇ ਆ, ਜਿਤਾ ਕੇ ਤੈਨੂੰ ਅਸੀਂ ਲਿਆਵਾਂਗੇ ਤਾਂ ਕਿ ਸਾਡੀਆਂ ਸੀਟਾਂ ਵੱਧ ਜਾਣ ਜੀ। ਉਹ ਮੰਨ ਗਿਆ। ਉਹਨੇ ਕਾਂਗਰਸ ਪਾਰਟੀ ਵੀ ਛੱਡੀ, ਅਸੈਂਬਲੀ ਦੀ ਸੀਟ ਵੀ ਛੱਡੀ। ਉਸੇ ਮੋਗੇ ਤੋਂ ਜਿੱਥੋਂ 2 ਵਾਰੀ ਕਾਂਗਰਸੀ ਟਿਕਟ 'ਤੇ ਜਿੱਤਿਆ ਸੀ, ਉਸੇ ਮੋਗੇ ਤੋਂ ਇਹਨਾਂ ਦੇ ਕਹਿਣ 'ਤੇ ਤਕੜੀ ਚੋਣ ਨਿਸ਼ਾਨ 'ਤੇ ਜਿੱਤ ਗਿਆ। ਫਿਰ ਤਲਵੰਡੀ ਸਾਬੋ ਤੋਂ 1 ਵਾਰੀ ਆਜ਼ਾਦ ਜਿੱਤਿਆ ਸੀ, 2 ਵਾਰੀ ਕਾਂਗਰਸੀ ਜਿੱਤਿਆ ਸੀਗਾ ਜੀਤ ਮਹਿੰਦਰ ਸਿੰਘ ਸਿੱਧੂ ਜੀ। ਉਹਦੇ ਉੱਤੇ ਕੇਸ ਬਣ ਗਿਆ, ਉਹ ਬਾਦਲਾਂ ਦਾ ਤਰਲਾ ਮਾਰਨ ਗਿਆ। ਇਹਨੇ ਆਖਿਆ ਕਾਂਗਰਸ ਪਾਰਟੀ ਛੱਡ, ਅਸੈਂਬਲੀ ਛੱਡ, ਸਾਡੇ ਵੱਲੋਂ ਆ ਜਾ, ਮੋਗੇ ਵਾਲਾ ਫਾਰਮੂਲਾ।
ਉਹਨੇ ਪਾਰਟੀ ਵੀ ਛੱਡੀ, ਅਸੈਂਬਲੀ ਵੀ ਛੱਡੀ। ਉਹੋ ਹੀ ਬੰਦਾ ਕਾਂਗਰਸੀ ਸੀਗਾ, ਉਹੋ ਹੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਉਸੇ ਸੀਟ ਤੋਂ ਲੜਿਆ ਉਪ ਚੋਣ 'ਚ ਤੇ ਫਿਰ ਚਲਾ ਗਿਆ। ਇਹ ਫਾਰਮੂਲਾ ਬੀਜੇਪੀ ਨੇ ਸੋਚਿਆ ਜਿੱਦਾਂ ਅਕਾਲੀ ਵਰਤੇ ਅਸੀਂ ਵੀ ਵਰਤੀਏ। ਇਹਨਾਂ ਨੇ ਕਰਨਾਟਕਾ 'ਚ 2 ਸੀਟਾਂ ਦੇ ਉੱਤੇ ਬੰਦੇ ਕਾਂਗਰਸ ਵਿੱਚੋਂ ਆਏ, ਇੱਕ ਜਿੱਤਿਆ ਸੀ ਉਹਨੂੰ ਅਸਤੀਫਾ ਦਵਾ ਕੇ ਦੁਬਾਰਾ ਲੜਾਇਆ, ਇੱਕ ਸੀਟ ਖਾਲੀ ਹੋਈ ਸੀ ਜਿਹੜਾ ਪਿਛਲੀ ਵਾਰੀ ਦਾ ਕਾਂਗਰਸੀ ਸੀ ਉਹਨੂੰ ਆਪਣੇ ਵੱਲੋਂ ਲਿਆ ਕੇ ਲੜਾਇਆ, ਤੇ ਜਿਹੜਾ ਆਪਣਾ ਹਾਰਿਆ ਸੀ ਬੀਜੇਪੀ ਦਾ ਉਹ ਰੁੱਸ ਕੇ ਕਾਂਗਰਸ ਵੱਲ ਚਲਾ ਗਿਆ। ਜੀ ਖੇਡ ਬੀਜੇਪੀ ਨੇ ਸ਼ੁਰੂ ਕੀਤੀ, ਪਰ ਸਿੱਟਾ ਇਹ ਨਿਕਲਿਆ ਕਿ ਜਿਹੜਾ ਕਾਂਗਰਸੀ ਉਧਰੋਂ ਅਸਤੀਫਾ ਦਵਾ ਕੇ ਲਿਆਂਦਾ ਸੀ ਤੇ ਇੱਧਰ ਉਹ ਬੀਜੇਪੀ 'ਚ ਆ ਕੇ ਹਾਰ ਗਿਆ, ਤੇ ਜਿਹੜਾ ਬੀਜੇਪੀ 'ਚ ਹਾਰਿਆ ਸੀ ਉਹ ਕਾਂਗਰਸ ਪਾਰਟੀ ਜਾ ਕੇ ਜਿੱਤ ਗਿਆ, ਬੀਜੇਪੀ ਨੂੰ ਠਿੰਬੀ ਲੱਗ ਗਈ। ਜੀ ਹੁਣ ਦਿੱਲੀ ਦੀ ਬਵਾਨਾ ਸੀਟ ਤੇ ਵੀ ਹੋਇਆ। 2015 'ਚ ਵਿਧਾਨ ਸਭਾ ਚੋਣਾਂ ਹੋਈਆਂ। ਉਹਨਾਂ ਚੋਣਾਂ ਦੇ ਮੌਕੇ ਦੇ ਉੱਤੇ ਵੇਦ ਪ੍ਰਕਾਸ਼ ਉੱਥੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੁਣਿਆ ਗਿਆ। ਉਹਨੂੰ ਵੋਟਾਂ ਪਈਆਂ 1,09,000 ਤੇ ਜਿਹੜਾ ਉਹਦੇ ਸਾਹਮਣੇ ਭਾਰਤੀ ਜਨਤਾ ਪਾਰਟੀ ਦਾ ਖੜਾ ਸੀ ਉਹਨੂੰ ਵੋਟਾਂ ਪਈਆਂ ਸਾਰੀਆਂ 69,000। ਪਿਛਲੇ ਸਮੇਂ 'ਚ ਬੀਜੇਪੀ ਨੇ ਦਿੱਲੀ ਦੀ ਆਮ ਆਦਮੀ ਪਾਰਟੀ 'ਚ ਸੰਨ ਲਾਈ ਸੀ, ਬੰਦੇ ਕੁਝ ਤੋੜੇ ਸਨ। ਜੀ ਉਹਨਾਂ 'ਚ ਵੇਦ ਪ੍ਰਕਾਸ਼ ਵੀ ਸੀ। ਇਹਨੇ ਅਸਤੀਫਾ ਦਿੱਤਾ ਆਮ ਆਦਮੀ ਪਾਰਟੀ ਤੋਂ, ਨਾਲ ਦਿੱਲੀ ਵਿਧਾਨ ਸਭਾ ਤੋਂ ਅਰਵਿੰਦ ਕੇਜਰੀਵਾਲ ਤੇ ਇੰਨੇ ਦੋਸ਼ ਲਾਏ ਜਿੰਨਾ ਉਹਦੇ ਨਾਲ ਦਾ ਮਾੜਾ ਕੋਈ ਨਹੀਂ। ਅਸਤੀਫਾ ਦਿੱਤਾ, ਅਸੈਂਬਲੀ ਤੋਂ ਸੀਟ ਖਾਲੀ ਹੋ ਗਈ, ਉਸ ਸੀਟ ਤੇ ਉਪ ਚੋਣ ਹੋਈ। ਉਸ ਉਪ ਚੋਣ ਵਿੱਚ ਉਹੋ ਹੀ ਬੰਦਾ ਜਿਹੜਾ 2015 ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿੱਤਿਆ ਸੀ ਤੇ ਉਦੋਂ ਉਹਨੂੰ 1,09,000 ਵੋਟਾਂ ਪਈਆਂ ਸਨ, ਉਹੀ ਬੰਦਾ ਹੁਣ ਜਦੋਂ ਖਲੋ ਗਿਆ ਤੇ ਬੀਜੇਪੀ ਨੇ ਟਿਕਟ ਦੇ ਦਿੱਤੀ, ਬੰਦਾ ਉਹੀ ਹੈ, ਵੋਟਾਂ ਪਈਆਂ ਸਾਰੀਆਂ 35,000। ਤੀਸਰਾ ਹਿੱਸਾ ਵੀ ਨਹੀਂ ਲੈ ਸਕਿਆ ਜੀ ਔਰ ਸੋਚ ਕੇ ਗਿਆ ਸੀ ਕਿ ਮੈਂ ਬੀਜੇਪੀ ਦੇ ਇੱਕ ਐਮਐਲਏ ਦੇ ਤੌਰ ਤੇ ਉਸੇ ਅਸੈਂਬਲੀ ਜਾਊਂ ਤੇ ਜਾ ਕੇ ਕੇਜਰੀਵਾਲ ਨੂੰ ਅੱਖਾਂ ਵਿਖਾਇਆ ਕਰੂੰਗਾ। ਸ਼ਰਮਿੰਦਾ ਹੋ ਗਿਆ। ਜਿਹੜੇ ਕਾਂਗਰਸੀ ਸੀ ਉਹਨਾਂ ਨੂੰ ਉਸ ਪਹਿਲੀ ਚੋਣ ਦੇ ਵਿੱਚ ਵੋਟਾਂ ਪਈਆਂ ਸੀ 14,000, ਹੁਣ ਉਹਨਾਂ ਨੂੰ ਵੋਟਾਂ ਹੋ ਗਈਆਂ 30,000। ਖੱਟ ਤਾਂ ਹੋ ਗਏ, ਜੀ ਦੁੱਗਣੇ ਤੋਂ ਵੱਧ ਵੋਟਾਂ ਕਰ ਗਏ। ਆਮ ਆਦਮੀ ਪਾਰਟੀ ਨੂੰ ਠਿੱਬੀ ਲਾਉਣ ਲੱਗੇ ਸੀ, ਆਮ ਆਦਮੀ ਪਾਰਟੀ ਤੇ ਫਿਰ ਜਿੱਤ ਗਈ। ਜੇ ਵੇਦ ਪ੍ਰਕਾਸ਼ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਦੀ ਟਿਕਟ ਤੇ ਜਿੱਤ ਜਾਂਦਾ ਤੇ ਦਿੱਲੀ ਦੀ ਆਮ ਆਦਮੀ ਪਾਰਟੀ ਦੇ ਕਈ ਐਮਐਲਏ ਇਹਨਾਂ ਨੇ ਰਾਤੋਂ ਰਾਤ ਤੋੜ ਲੈਣੇ ਸੀ। ਉਹਨਾਂ ਤੋਂ ਅਸਤੀਫੇ ਦਵਾ ਕੇ ਦੁਬਾਰਾ ਬੀਜੇਪੀ ਦੇ ਚੋਣ ਨਿਸ਼ਾਨ ਤੇ ਲੜਾ ਕੇ ਜਿਤਾ ਕੇ ਉੱਥੇ ਭੇਜਣੇ ਸੀ। ਹੁਣ ਵੇਦ ਪ੍ਰਕਾਸ਼ ਦੀ ਹਾਰ ਨਾਲ, ਆਮ ਆਦਮੀ ਪਾਰਟੀ ਦੀ ਜਿੱਤ ਨਾਲ ਉਹ ਪ੍ਰਕਿਰਿਆ ਰੁਕ ਗਈ ਹੈ। ਜੀ ਹੁਣ ਕੇਜਰੀਵਾਲ ਹਿੱਕ ਠੋਕ ਕੇ ਕਹਿ ਸਕਦਾ ਕਿ ਦਿੱਲੀ ਦੇ ਲੋਕ ਅੱਜ ਵੀ ਮੇਰੇ ਨਾਲ ਆ, ਲਾ ਲਿਆ ਜ਼ੋਰ। ਦੋਵਾਂ ਪਾਰਟੀਆਂ ਦੇ, ਕਾਂਗਰਸ ਤੇ ਬੀਜੇਪੀ ਦੀਆਂ ਵੋਟਾਂ ਰਲਾ ਕੇ ਜੀ ਉਨੀਆਂ ਕੁ ਬਣਦੀਆਂ ਜਿੰਨੀਆਂ ਮੇਰੀ ਪਾਰਟੀ ਇਕੱਲੀ ਦੀਆਂ ਬਣਦੀਆਂ। 5,000 ਦਾ ਸਿਰਫ ਫਰਕ ਹੈ। ਤੁਸੀਂ ਸਿੱਟਾ ਕੀ ਕੱਢਿਆ? ਯਾਨੀ ਲੋਕਾਂ ਨੇ ਦਲ ਬਦਲੂ ਨੂੰ ਮੂੰਹ ਨਹੀਂ ਲਾਇਆ ਤੇ ਦਲ ਬਦਲੀ ਕਰਾਉਣ ਵਾਲੀ ਪਾਰਟੀ ਨੂੰ ਵੀ ਨਹੀਂ ਲਾਇਆ। ਜੀ ਪੰਨੂ ਸਾਹਿਬ, ਅਗਲੇ ਪੜਾਅ ਤੇ ਪਹੁੰਚਣ ਦੇ ਲਈ ਇੱਕ ਵਾਰੀ ਰੁਕਾਂਗੇ ਛੋਟੇ ਜਿਹੇ ਬ੍ਰੇਕ ਦੇ ਲਈ। ਸੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਪਹਿਲਾ ਹੋ ਚਲੇ ਛੋਟੇ ਜਿਹੇ ਬ੍ਰੇਕ ਦਾ, ਜਲਦ ਵਾਪਸ ਆਵਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪੰਨੂ ਸਾਹਿਬ, ਡੇਰਾ ਸੱਚਾ ਸੌਦਾ ਮੁਖੀ ਬਣਨ ਦੇ ਲਈ ਕਈ ਦਾਅਵੇਦਾਰਾਂ ਦੇ ਵਿੱਚ ਇਸ ਸਮੇਂ ਖਿੱਚੋਤਾਣ ਚੱਲ ਰਹੀ ਹੈ। ਕੋਈ ਵੱਡਾ ਪਟਾਕਾ ਪੈ ਸਕਦਾ ਸੁਣਨ ਦੇ ਵਿੱਚ ਆਇਆ, ਤੁਸੀਂ ਕੀ ਕਹੋਗੇ? ਦੇਖੋ, ਅਜੇ ਤੱਕ ਤੇ ਉਹਨੂੰ ਇਹ ਆਸ ਹੀ ਨਹੀਂ ਸੀ ਕਿ ਮੈਨੂੰ ਕਿਸੇ ਪਾਸਿਓਂ ਘੇਰਿਆ ਜਾ ਸਕਦਾ। ਉਹਨੇ ਆਪਣਾ ਕੋਈ ਵਾਰਸ ਮੁਕਰਰ ਨਹੀਂ ਸੀ ਕੀਤਾ। ਜੀ ਉੱਦਾਂ ਜ਼ਬਾਨੀ ਗੁਲਾਮੀ ਉਹ ਕਹਿੰਦਾ ਰਿਹਾ ਸੀ ਕਿ ਜੇ ਮੈਨੂੰ ਕੁਝ ਹੋ ਜਾਵੇ ਤੇ ਮੇਰਾ ਪੁੱਤਰ ਜਿਹੜਾ ਉਹਨੂੰ ਵਾਰਸ ਬਣਾ ਲਿਓ। ਇਹ ਵੀ ਉਹਨੇ ਪਰਿਵਾਰ ਵਿੱਚ ਕਿਹਾ ਕਿ ਆਪਣੇ ਨਾਲਦਿਆਂ 'ਚ ਕਿਹਾ, ਕਿਸੇ ਨੂੰ ਪਤਾ ਨਹੀਂ। ਜਦੋਂ ਪਹਿਲਾਂ ਮਸਤਾਨਾ ਬਲੋਚਿਸਤਾਨੀ ਬਾਬਾ ਜੀ ਨੇ ਡੇਰਾ ਖੜਾ ਕੀਤਾ ਸੀ, ਉਹਨੇ ਪਰਿਵਾਰ ਦੇ ਕਿਸੇ ਜੀ ਨੂੰ ਗੱਦੀ ਨਹੀਂ ਸੌਂਪੀ। ਜੀ ਉਹਦੇ ਬਾਅਦ ਬਾਬਾ ਸ਼ਾਹ ਸਤਨਾਮ ਆਇਆ, ਉਹਨੇ ਪਰਿਵਾਰ ਦੇ ਕਿਸੇ ਜੀ ਨੂੰ ਗੱਦੀ ਨਹੀਂ ਸੌਂਪੀ। ਤੇ ਇਹ ਤਾਂ ਹੱਕ ਇਹਨੂੰ ਵੀ ਹੈ ਨਹੀਂ ਕਿ ਪਰਿਵਾਰ ਦੇ ਜੀ ਨੂੰ ਗੱਦੀ ਸੌਂਪੇ। ਫਿਰ ਵੀ ਹੁਣ ਕਿਉਂਕਿ ਪਿਤਾ ਪੁਰਖੀ ਸਾਰੇ ਡੇਰਿਆਂ ਚੱਲ ਪਈ ਹੈ, ਇਹਨੇ ਵੀ ਚਲਾ ਲਈ। ਕਹਿੰਦੇ ਆ ਵੀ ਉਹ ਕਹਿ ਗਿਆ ਸੀ ਮੇਰੇ ਮੁੰਡੇ ਨੂੰ, ਜਸਮੀਤ ਨੂੰ ਤੁਸੀਂ ਮੁਖੀ ਬਣਾ ਦਿਓ। ਜੀ ਜਦੋਂ ਇਹ ਫੈਸਲਾ ਹੋ ਗਿਆ ਕਿ ਇਹਨੂੰ ਜੇਲ੍ਹ ਵਿੱਚ ਰਹਿਣਾ ਪੈਣਾ, ਤੇ ਬਾਬੇ ਦੀ ਮਾਤਾ ਨੇ ਬਾਬੇ ਦੇ ਮੁੰਡੇ ਨੂੰ ਯਾਨੀ ਦਾਦੀ ਨੇ ਆਪਣੇ ਪੋਤੇ ਨੂੰ ਅੱਗੇ ਕਰਕੇ ਤੇ ਸਾਰਿਆਂ ਨੂੰ ਕਹਿ ਦਿੱਤਾ ਕਿ ਇਹ ਡੇਰੇ ਦਾ ਮੁਖੀ ਹੋਵੇਗਾ ਉਹਨਾਂ ਚਿਰ ਤੱਕ ਜਦ ਤੱਕ ਮੇਰਾ ਪੁੱਤ ਜੇਲ੍ਹ ਵਿੱਚੋਂ ਨਹੀਂ ਆ ਜਾਂਦਾ। ਇਹ ਉਹਨੇ ਮੀਟਿੰਗ ਕਰਵਾ ਕੇ ਆਖਿਆ ਜਾਂ ਜ਼ਬਾਨੀ ਆਖਿਆ, ਇੱਕ ਦੋ ਬੰਦਿਆਂ ਨੂੰ ਆਖਿਆ, ਇਹਦਾ ਤੇ ਪਤਾ ਨਹੀਂ, ਪਰ ਇੰਨੀ ਗੱਲ ਸੁਣੀ ਦੀ ਹੈ ਕਿ ਉਹਨੇ ਕਹਿ ਦਿੱਤਾ ਕਿ ਪੋਤਾ ਮੇਰਾ ਸਾਰਾ ਪ੍ਰਬੰਧ ਚਲਾਵੇਗਾ। ਇਹਦੇ ਉੱਤੇ ਥੋੜ੍ਹਾ ਜਿਹਾ ਰੇੜਕਾ ਪੈਣ ਦਾ ਡਰ ਹੈ। ਉਹ ਇਸ ਕਰਕੇ
ਕਿ ਮੁੰਡਾ ਛੋਟਾ, ਕੁੜੀਆਂ ਦੋ ਵੱਡੀਆਂ ਨੇ। ਜੀ ਕੁੜੀਆਂ ਆਪ ਭਾਵੇਂ ਭਰਾ ਦੇ ਹੱਕ ਵਿੱਚ ਸਭ ਕੁਝ ਛੱਡ ਦੇਣ, ਭੈਣ ਭਰਾ ਦੇ ਸੰਬੰਧ ਹੁੰਦੇ, ਪਰ ਜਿਹੜੇ ਕੁੜੀਆਂ ਦੇ ਪਤੀ ਆ ਉਹ ਤੇ ਚਾਹਣਗੇ ਨਾ ਐਡੀ ਵੱਡੀ ਜਿਹੜੀ ਸਲਤਨਤ ਹੈ, ਇੰਨਾ ਜਿਹੜਾ ਸਾਮਰਾਜ ਆ ਸਾਡੇ ਹੱਥ 'ਚ ਆ ਜੇ। 700-800 ਕਰੋੜ ਦਾ ਤਾਂ ਕਾਰੋਬਾਰ ਉਹਨਾਂ ਦਾ MSG ਪ੍ਰੋਡਕਟ ਦਾ ਹੀ ਹੈ। ਜਿਹੜੀ ਪ੍ਰਾਪਰਟੀ ਇਹਨਾਂ ਦੇ ਕਬਜ਼ੇ 'ਚ ਆ ਉਹ ਵੀ ਸਾਰੇ ਹਿੰਦੁਸਤਾਨ 'ਚ ਰਲਾ ਮਿਲਾ ਕੇ 4-5 ਹਜ਼ਾਰ ਕਰੋੜ ਦੀ ਆ, ਜੀ ਛੋਟੀ ਮੋਟੀ ਨਹੀਂ। ਜਿੱਥੇ ਵੀ ਗਏ ਨੇ ਪ੍ਰਾਈਮ ਲੈਂਡ ਦੇ ਉੱਤੇ ਡੇਰੇ ਬਣਾਏ ਆ, ਉਹ ਸਾਰੀ ਜਿਹੜੀ ਪ੍ਰਾਪਰਟੀ ਉਹ ਮੁੰਡੇ ਕਿਉਂ ਜਵਾਈ ਜਿਹੜੇ ਛੱਡਣਗੇ? ਉਹ ਦੋਵੇਂ ਕੁੜੀਆਂ ਡੇਰੇ ਦੇ ਵਿੱਚ ਪ੍ਰਬੰਧ ਦੀਆਂ ਡਿਊਟੀਆਂ ਕਰਦੀਆਂ, ਕੋਈ ਸਕੂਲਾਂ ਦਾ ਪ੍ਰਬੰਧ ਦੇਖਦੀ ਹੈ, ਕੋਈ MSG ਪ੍ਰੋਡਕਟ ਦਾ, ਤੇ ਜਿਹੜੇ ਉੱਥੇ ਸ਼ਾਪਿੰਗ ਕੰਪਲੈਕਸ ਹੈ ਉਹਨਾਂ ਦਾ ਪ੍ਰਬੰਧ ਦੇਖਦੀ ਹੈ। ਜੀ ਉਹ ਦੋਵੇਂ ਵੀ ਅੰਦਰੇ ਅੰਦਰ ਘੁਰ ਹੁੰਦੀ ਹੈ ਕਿ ਉਹ ਮੁੰਡੇ ਨੂੰ, ਆਪਣੇ ਭਰਾ ਨੂੰ ਮੁਖੀ ਬਣਿਆ ਵੇਖ ਕੇ ਖੁਸ਼ ਨਹੀਂ, ਚਾਹੁੰਦੀਆਂ ਕਿ ਸਾਡੇ ਦੋਵਾਂ ਚੋਂ ਕਿਸੇ ਨੂੰ ਬਣਾਤਾ ਜਾਵੇ। ਇੱਕ ਤੀਸਰੀ ਹੈ ਜਿਹੜੀ ਸਾਰੇ ਪਰਿਵਾਰ ਤੋਂ ਉੱਪਰ ਸੁਪਰਤੀ ਆ, ਹਨੀਪ੍ਰੀਤ ਕੌਰ। ਹਨੀਪ੍ਰੀਤ ਆਈ ਸੀ ਬਾਬੇ ਕੋਲ ਕਿ ਮੇਰੇ ਪਰਿਵਾਰ ਦੇ ਲੋਕ ਮੈਨੂੰ ਤੰਗ ਕਰਦੇ ਆ, ਜੀ ਤੇ ਬਾਬੇ ਨੇ ਆਖਿਆ ਚੱਲ ਮੈਂ ਤੈਨੂੰ ਆਪਣੇ ਧੀ ਬਣਾ ਲਿਆ, ਆ ਜਾ ਤੂੰ ਮੇਰੇ ਕੋਲ ਹੀ ਰਿਹਾ ਕਰ। ਫਿਰ ਉਹ ਪੱਕੇ ਤੌਰ ਤੇ ਕੋਲ ਰਹਿਣ ਲੱਗ ਪਈ। ਉਹਦੇ ਪਤੀ ਨੇ ਅਦਾਲਤ ਵਿੱਚ ਜਾ ਕੇ ਕੇਸ ਕੀਤਾ ਕਿ ਇਹ ਕਹਿੰਦਾ ਉਹਨੂੰ ਧੀ ਆ, ਪਰ ਸੰਬੰਧ ਇਹਨਾਂ ਦੋਵਾਂ ਦੇ ਗਲਤ ਹੈ ਤੇ ਇਹਨੇ ਆਪਣੇ ਕੋਲ ਰੱਖੀ ਆ, ਮੇਰੇ ਕੋਲ ਤਾਂ ਆਉਣ ਹੀ ਨਹੀਂ ਦਿੰਦਾ, ਤੇ ਜੇ ਉੱਥੇ ਰਹਿੰਦੀ ਹੈ ਤੇ ਸਾਡਾ ਤਲਾਕ ਹੀ ਹੋ ਜਾਏ। ਜਿਹੜੀਆਂ ਗੱਲਾਂ ਉਹ ਕਹਿੰਦਾ ਸੀ ਕਿ ਮੇਰੇ ਕੋਲ ਸਬੂਤ ਨੇ, ਜੀ ਉਹ ਸਬੂਤ ਤਾਂ ਪੇਸ਼ ਨਹੀਂ ਸੀ ਕਰ ਸਕਦਾ। ਬਾਬੇ ਦੇ ਡੇਰੇ 'ਚ ਜੋ ਕੁਛ ਉਹ ਕਹਿੰਦਾ ਮੈਂ ਆਪਣੀਆਂ ਅੱਖਾਂ ਨਾਲ ਹੁੰਦਾ ਵੇਖਿਆ, ਉਹਦੀ ਰਿਕਾਰਡਿੰਗ ਤੇ ਉੱਥੇ ਪੇਸ਼ ਨਹੀਂ ਕਰ ਸਕਦਾ। ਪਰ ਇਹ ਗੱਲ ਜਿਸ ਤਰ੍ਹਾਂ ਉਹਨੇ ਕਹੀ ਤੇ ਮੁੜ ਕੇ ਕਹੀ, ਉਹ ਡੇਰੇ ਵਿੱਚ ਵੀ ਚਰਚਾ ਦਾ ਵਿਸ਼ਾ ਤੇ ਬਾਹਰ ਵੀ। ਬਹੁਤ ਸਾਰੇ ਲੋਕ ਆ ਜਿਹੜੇ ਸਮਝਦੇ ਆ ਕਿ ਜਿਹੜਾ ਬਾਬਾ 2 ਸਾਧਵੀਆਂ ਨਾਲ ਤੇ ਬਲਾਤਕਾਰ ਦਾ ਕੇਸ ਬਣ ਹੀ ਚੁੱਕਾ, ਤੇ ਬਾਕੀ ਉੱਥੇ ਕਿੰਨੀਆਂ ਸਾਰੀਆਂ ਕੁੜੀਆਂ ਸਾਧਵੀਆਂ ਬਣਾ ਕੇ ਰੱਖੀਆਂ ਹੋਈਆਂ, ਕੁਆਰੀਆਂ ਕੁੜੀਆਂ। ਤੇ ਇਹ ਵੀ ਮਸ਼ਹੂਰ ਆ ਕਿ ਉੱਥੋਂ ਸਿਰਫ ਇੱਕ ਦਰਵਾਜ਼ਾ ਆਉਂਦਾ ਉਹਨਾਂ ਸਾਧਵੀਆਂ ਦੇ ਉਸ ਅਹਾਤੇ ਵਿੱਚੋਂ, ਜਿਹੜਾ ਸਿਰਫ ਇਹਦੇ ਬੈੱਡਰੂਮ ਤੱਕ ਜਾਂਦਾ, ਹੋਰ ਕਿਤੇ ਨਹੀਂ। ਨਾ ਰਸਤੇ 'ਚ ਕੋਈ ਖਿੜਕੀ ਆ, ਨਾ ਦਰਵਾਜ਼ਾ, ਕੋਈ ਹੈ ਹੀ ਨਹੀਂ। ਤਾਂ ਸਿੱਧੀਆਂ ਆਉਂਦੀਆਂ ਨੇ ਤੇ ਆ ਕੇ ਫਿਰ ਨਮਸਕਾਰ ਕਰਕੇ ਕਹਿੰਦੀਆਂ ਅਸੀਂ ਮਾਫੀ ਮੰਗਣ ਆਈਆਂ। ਪਾਪ ਇਹ ਕਰਦਾ, ਮਾਫੀ ਮੰਗਣ ਉਹ ਆਉਂਦੀਆਂ, ਤੇ ਇਹ ਉਹਨਾਂ ਨੂੰ ਮਾਫੀ ਦਿੰਦਾ ਰਹਿੰਦਾ। ਜੀ ਜਿਹਦੇ ਉੱਤੇ ਇਹੋ ਜਿਹੇ ਦੋਸ਼ ਲੱਗਦੇ ਪਏ। ਇੱਕ ਜਵਾਨ ਕੁੜੀ ਉਹਦੇ ਨਾਲ ਰਾਤ ਦਿਨ ਰਹਿੰਦੀ ਹੋਵੇ ਤੇ ਇੱਕਦਮ ਮੰਨਿਆ ਜਾ ਸਕਦਾ ਕਿ ਪਿਓ ਧੀ ਆ, ਤੇ ਫਿਰ ਸਾਰਿਆਂ ਨੂੰ ਛੱਡ ਕੇ ਤਰੀਕ ਤੇ ਭੁਗਤਣਾ ਵੀ ਉਸ ਕੁੜੀ ਨੂੰ ਨਾਲ ਲੈ ਕੇ ਆਇਆ। ਜਦੋਂ ਦੋਸ਼ੀ ਠਹਿਰਾਇਆ ਗਿਆ, ਉਦੋਂ ਫੌਜੀ ਛਾਉਣੀ ਚੰਡੀ ਮੰਦਿਰ ਦੇ ਅੰਦਰ ਵੀ ਉਸ ਕੁੜੀ ਨੂੰ ਨਾਲ ਲੈ ਕੇ ਗਿਆ। ਉੱਥੋਂ ਜਾ ਕੇ ਜਿੱਦ ਕੀਤੀ ਕਿ ਮੇਰੇ ਨਾਲ ਹੈਲੀਕਾਪਟਰ 'ਚ ਵੀ ਬੈਠੂਗੀ, ਤੇ ਹੈਲੀਕਾਪਟਰ ਵਿੱਚ ਬੈਠ ਕੇ ਦੋਵੇਂ ਜਣੇ ਚਾਕਲੇਟ ਖਾਂਦੇ ਰੋਹਤਕ ਤੱਕ ਗਏ। ਰੋਹਤਕ ਜਾ ਕੇ ਨੇ ਇਸ ਗੱਲ ਤੇ ਜਿੱਦ ਕੀਤੀ ਕਿ ਇਹ ਕੁੜੀ ਰਾਤ ਨੂੰ ਜੇਲ੍ਹ ਦੇ ਵਿੱਚ ਮੇਰੇ ਕਮਰੇ 'ਚ ਰਹਿ ਗਈ। ਉਹਨੇ ਆਖਿਆ ਬਾਬਾ ਤੇਰਾ ਕਮਰਾ ਕੋਈ ਨਹੀਂ, ਕਮਰੇ ਰਹਿ ਗਏ ਉੱਥੇ ਸਿਰਸੇ 'ਚ। ਇੱਥੇ ਤਾਂ ਤੈਨੂੰ ਜਿਹੜੇ ਸੈੱਲ ਵਿੱਚ ਰੱਖਿਆ ਜਾਣਾ ਜੀ ਉਹ ਤੇਰਾ ਨਹੀਂਗਾ, ਉਹ 2 ਜਣਿਆਂ ਦਾ, ਤੇਰੇ ਨਾਲ ਇੱਕ ਕੈਦੀ ਉੱਥੇ ਹੋਰ ਪੈਣਾ, ਤੇ ਇਹ ਕੁੜੀ ਨਹੀਂ ਅੰਦਰ ਜਾ ਸਕਦੀ। ਤੇ ਜੇਲ੍ਹ ਦੇ ਸੁਪਰਡੈਂਟ ਨੂੰ ਕਹਿੰਦਾ ਤੂੰ ਇਹਨੂੰ ਲੰਘਣ ਦੇਣਾ ਕਿ ਮੈਂ ਮੁੱਖ ਮੰਤਰੀ ਨੂੰ ਕਹਿ ਕੇ ਤੈਨੂੰ ਸਸਪੈਂਡ ਕਰਾਵਾਂ? ਉਹ ਕਹਿੰਦਾ ਜਿਹਨੂੰ ਤੂੰ ਕਰਾਉਣਾ ਨਾ ਕਰਾ ਲਾ, ਪਰ ਮੈਂ ਨਹੀਂ ਲੰਘਣ ਦਿੰਦਾ, ਕਾਨੂੰਨ ਦਾ ਸਵਾਲ। ਉਹਨੇ ਨਹੀਂ ਜਾਣ ਦਿੱਤੀ। ਉੱਥੋਂ ਕੁੜੀ ਮੁੜ ਕੇ ਆਈ ਤੇ ਉਦੋਂ ਦੀ ਕੁੜੀ ਲੱਭਦੀ ਨਹੀਂ। ਬਾਬਾ ਇਸ ਹੱਦ ਤੱਕ ਜਿਹੜੀ ਕੁੜੀ ਵਾਸਤੇ ਲੜਦਾ ਰਿਹਾ। ਕੱਲ ਨੂੰ ਇਹ ਹੋ ਸਕਦਾ ਕਿ ਬਾਬਾ ਆਖੇ ਜੀ ਡੇਰੇ ਦੀ ਮੁਖੀ ਉਸੇ ਨੂੰ ਬਣਾਉਣਾ। ਇੱਕ ਗੱਲ ਹੋਰ ਵੀ ਚੱਲਦੀ ਹੈ ਜੀ, ਉਸ ਡੇਰੇ 'ਚ 2-3 ਬੰਦੇ, ਖਾਸ ਤੌਰ ਤੇ ਇੱਕ ਅਦਿੱਤਿਆ ਇਨਸਾਨ ਦਾ ਨਾਂ ਚੱਲਦਾ। ਇਨਸਾਨ ਤੇ 4 ਦਿਨ ਪਹਿਲਾਂ ਤੱਕ ਕਹਿੰਦੇ ਸੀ, ਹੁਣ ਤਾਂ ਉੱਥੇ ਜਿੰਨੇ ਕੁ ਇਨਸਾਨ ਉਹਨਾਂ ਸਾਰਿਆਂ ਨੂੰ ਲੋਕੀ ਹਿੰਸਾ ਆਖੀ ਜਾਣ ਡੇ ਨੇ, ਪਤਾ ਨਹੀਂ ਕੀ ਹੁੰਦਾ। ਕਿਉਂਕਿ ਹਿੰਸਾ ਫੈਲਣ ਤੋਂ ਬਾਅਦ ਸੋਸ਼ਲ ਮੀਡੀਆ ਵਾਲੇ ਕਿਸੇ ਦਾ ਲਿਹਾਜ਼ ਨਹੀਂ ਕਰਦੇ। ਸੋਸ਼ਲ ਮੀਡੀਆ ਤੇ ਇਹੋ ਜਿਹੀਆਂ ਗੱਲਾਂ, ਇਹ ਟਿੱਪਣੀਆਂ ਬਹੁਤ ਚੱਲੀਆਂ ਨੇ। ਜੀ ਹੁਣ ਉਹ ਜਿਹੜਾ ਅਦਿੱਤਿਆ ਇਨਸਾਨ, ਇਹਦੇ ਡੇਰੇ ਦੇ ਸੇਵਾਦਾਰਾਂ 'ਚੋਂ, ਪ੍ਰਬੰਧਕੀ ਕਮੇਟੀ 'ਚੋਂ, ਬਾਕੀ ਸਾਰਿਆਂ ਤੋਂ ਸੀਨੀਅਰ ਗਿਣਿਆ ਜਾਂਦਾ। ਡੇਰੇ ਦੇ ਅੰਦਰ ਇੱਕ ਧੜਾ ਜਿਹੜਾ ਅਜੇ ਤੱਕ ਇਹ ਲੜਾਈ ਪਾਈ ਬੈਠਾ ਕਿ ਜੇ ਬਾਬਾ ਜੇਲ੍ਹ ਵਿੱਚ ਹੈ ਤੇ ਡੇਰੇ ਦਾ ਮੁੱਖ ਪ੍ਰਬੰਧਕ ਉਹਦੀ ਗੈਰ ਹਾਜ਼ਰੀ 'ਚ ਸਿਰਫ ਤੇ ਸਿਰਫ ਅਦਿੱਤਿਆ ਇਨਸਾਨ ਹੋਣਾ ਚਾਹੀਦਾ, ਹੋਰ ਕੋਈ ਨਹੀਂ ਹੋ ਸਕਦਾ। ਮੁਸ਼ਕਲ ਇਹ ਬਣ ਗਈ ਹੈ ਕਿ ਅਦਿੱਤਿਆ ਇਨਸਾਨ ਦੇ ਆਪਣੇ ਉੱਪਰ ਵੀ ਇੱਕ ਦੇਸ਼ ਧਰੋਹ ਦਾ ਕੇਸ ਬਣ ਗਿਆ। ਜੀ ਜਿਹੜੇ ਵੀ ਬੰਦੇ ਦੇ ਉੱਤੇ ਦੇਸ਼ ਧਰੋਹ ਦਾ ਕੇਸ ਬਣ ਜਾਂਦਾ, ਦੇਸ਼ ਧਰੋਹ ਦਾ ਕੇਸ ਕਤਲ ਤੇ ਬਲਾਤਕਾਰ ਨਾਲੋਂ ਛੋਟਾ ਨਹੀਂ ਹੁੰਦਾ। ਕੱਲ ਨੂੰ ਉਹ ਵੀ ਇਹ 'ਚ ਫਸ ਸਕਦਾ। ਹੁਣ ਕੀ ਕੁਛ ਹੁੰਦਾ, ਕੀ ਕੁਛ ਨਹੀਂ ਹੁੰਦਾ, ਇਹ ਤਾਂ ਪਤਾ ਨਹੀਂ। ਪਰ ਅੱਜ ਦੀ ਤਰੀਕ ਵਿੱਚ ਉਸ ਡੇਰੇ ਵਿੱਚ ਲਗਭਗ ਸੁੰਨਸਾਨ, ਅਜੇ ਪੂਰੀ ਸੁੰਨਸਾਨ ਤਾਂ ਹੈ ਨਹੀਂ,
ਅਜੇ ਵੀ 500-700 ਬੰਦੇ ਅੰਦਰ ਹੈ, ਜੀ ਹੋ ਸਕਦਾ 5000 ਹੀ ਹੋਣ, ਪਰ ਉਹ ਡੇਰਾ ਵੀ ਤੇ ਬਹੁਤ ਵੱਡਾ, 4-5 ਕਿਲੋਮੀਟਰ ਇੱਕ ਪਾਸੇ ਨੂੰ, 4-5 ਇੱਕ ਪਾਸੇ ਨੂੰ, ਜੇ ਆਪੋ 'ਚ ਗੁਣਾ ਕਰ ਦਿਓ, ਸਕੁਅਰ ਕਿਲੋਮੀਟਰ ਗੰਨੇ ਹੋਣ ਤੇ 20-22 ਕਿਲੋਮੀਟਰ ਦਾ ਘੇਰਾ ਬਣ ਜਾਂਦਾ। ਜੀ ਉਹਦੇ ਵਿੱਚ ਸ਼ਾਪਿੰਗ ਕੰਪਲੈਕਸ, ਪੂਰਾ ਬਾਜ਼ਾਰ, ਸਕੂਲ ਨੇ, ਸਟੇਡੀਅਮ ਹੈ, ਇਨਡੋਰ ਸਟੇਡੀਅਮ ਵੀ ਆ, ਬੈਂਕ ਵੀ ਹੈ, ਇਹ ਸਾਰੀ ਕਿਸਮ ਦਾ ਪ੍ਰਬੰਧ ਹੈ। ਜੀ ਇੱਥੋਂ ਤੱਕ ਕਿ ਬਾਬੇ ਦੀ ਕਰੰਸੀ ਵੀ ਆਪਣੀ ਸੀ। ਬਾਬੇ ਦੇ ਡੇਰੇ 'ਚ ਭਾਰਤੀ ਕਰੰਸੀ ਨਹੀਂ ਸੀ ਚੱਲਦੀ, ਪਲਾਸਟਿਕ ਦੇ ਸਿੱਕੇ ਬਣਾਏ ਸੀ, 5 ਰੁਪਏ ਵਾਲੇ, 10 ਰੁਪਏ ਵਾਲੇ, 100 ਰੁਪਏ ਵਾਲੇ, ਉਹ ਚਲਾਉਂਦਾ ਪਿਆ ਸੀ। ਜੀ ਜਿੱਥੇ ਇੰਨੀ ਕਿਸਮ ਦਾ ਕਾਰੋਬਾਰ ਚੱਲਦਾ ਪਿਆ ਸੀ, ਉਸ ਅੰਪਾਇਰ ਤੋਂ ਉਹ ਜਿਹੜਾ ਸਾਮਰਾਜ ਬਣਾਇਆ ਪਿਆ ਸੀ ਉਹਦੇ ਉੱਤੇ ਕਬਜ਼ੇ ਤੋਂ, ਕਿਉਂਕਿ ਸਵਾਲ 4-5 ਹਜ਼ਾਰ ਕਰੋੜ ਦੀ ਪ੍ਰਾਪਰਟੀ ਦਾ ਜਿਹੜੀ ਸਾਰੇ ਹਿੰਦੁਸਤਾਨ 'ਚ ਚੱਲ ਰਹੀ ਹੈ, ਲੜਾਈ ਤਾਂ ਹੋ ਸਕਦੀ ਹੈ, ਇਹਦੀਆਂ ਸੰਭਾਵਨਾਵਾਂ ਕਾਇਮ। ਜੀ ਪਨੂ ਸਾਹਿਬ, ਇੱਕ ਵਾਰ ਫਿਰ ਤੋਂ ਸਾਨੂੰ ਛੋਟਾ ਜਿਹਾ ਬ੍ਰੇਕ ਦੇ ਲਈ ਰੁਕਣਾ ਪਏਗਾ। ਸੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਇੱਕ ਵਾਰ ਫਿਰ ਤੋਂ ਰੁਕਦੇ ਹਾਂ, ਬ੍ਰੇਕ ਦੇ ਲਈ ਜਲਦ ਵਾਪਸ ਆਵਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪਨੂ ਸਾਹਿਬ, ਗੁਰਦਾਸਪੁਰ ਦੇ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਦੀ ਕਮੇਟੀ ਨੂੰ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ, ਪਰ ਉਹਨਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਬਾਅਦ ਕੀ ਕੁਝ ਹੋ ਸਕਦਾ ਹੈ? ਦੇਖੋ ਮਨਪ੍ਰੀਤ ਜੀ, ਗੱਲ ਇਹ ਹੈ ਕਿ ਸਿੱਖ ਇਤਿਹਾਸ ਦੇ ਵਿੱਚ ਦੋ ਬਹੁਤ ਵੱਡੇ ਖੂਨੀ ਕਾਂਡ ਹੋਏ, ਇੱਕ ਛੋਟਾ ਘੱਲੂਘਾਰਾ ਤੇ ਇੱਕ ਵੱਡਾ ਘੱਲੂਘਾਰਾ। ਜੀ ਛੋਟਾ ਘੱਲੂਘਾਰਾ ਗੁਰਦਾਸਪੁਰ ਜ਼ਿਲ੍ਹੇ 'ਚ ਕਾਹਨੂੰਵਾਨ ਦੀ ਸ਼ਮਝ, ਵੱਡਾ ਘੱਲੂਘਾਰਾ ਮਲੇਰਕੋਟਲੇ ਦੇ ਲਾਗੇ ਕੁੱਪ ਰੇੜਾ, ਉੱਥੇ ਹੋਇਆ। ਇੱਥੇ ਵੀ ਬਹੁਤ ਵੱਡੀ ਗਿਣਤੀ 'ਚ, ਹਜ਼ਾਰਾਂ ਦੀ ਗਿਣਤੀ ਸਿੱਖ ਘੇਰਾ ਪਾ ਕੇ ਮਾਰੇ ਗਏ, ਵੱਡੇ ਟੁੱਕੇ ਗਏ, ਤੇ ਉੱਥੇ ਇਹ ਤੋਂ ਵੀ ਵੱਧ ਟੁੱਕੇ ਗਏ। ਜੀ ਇਹਨਾਂ ਦੋਵਾਂ ਥਾਵਾਂ ਦਾ ਸਿੱਖ ਭਾਈਚਾਰੇ ਦੇ ਵਿੱਚ ਬੜਾ ਵੱਖਰਾ ਜਿਹਾ ਸਤਿਕਾਰ ਹੈ, ਬੜੇ ਸ਼ਰਧਾ ਨਾਲ ਲੋਕ ਉੱਥੇ ਜਾਂਦੇ। ਉਸ ਡੇਰੇ ਤੇ ਪਹਿਲਾਂ ਲੋਕ ਘਟ ਜਾਂਦੇ ਸੀ, ਕਿਉਂਕਿ ਘਟ ਜਾਂਦੇ ਸੀ, ਇਸ ਕਰਕੇ ਲੋਕਲ ਡੇਰਾ ਕਮੇਟੀ ਸੀ। ਜੀ ਹੁਣ ਸੰਗਤ ਵੱਧ ਜਾਣ ਲੱਗ ਪਈ ਹੈ, ਤੇ ਸ਼੍ਰੋਮਣੀ ਕਮੇਟੀ ਦੇ ਕੋਲੇ ਅਧਿਕਾਰ ਆ ਕਿ ਕਿਸੇ ਵੀ ਇਤਿਹਾਸਿਕ ਗੁਰਦੁਆਰੇ ਨੂੰ ਆਪਣੇ ਕੰਟਰੋਲ 'ਚ ਲੈ ਸਕਦੀ। ਉਹਨਾਂ ਵੇਖਿਆ ਹੁਣ ਚੜਾਵਾ ਵੱਧ ਗਿਆ, ਕਬਜ਼ੇ 'ਚ ਕਰ ਲਓ। ਉਹ ਇਸ ਤਿਆਰੀ 'ਚ ਹੈ, ਬਹਾਨਾ ਭਾਲਦੇ ਸੀ, ਬਹਾਨਾ ਮਿਲ ਗਿਆ। ਪ੍ਰਬੰਧਕੀ ਕਮੇਟੀ ਵਾਲਿਆਂ ਨੇ ਵੀ ਗਲਤੀ ਕੀਤੀ ਹੈ, ਇਹ ਮੰਨਣਾ ਚਾਹੀਦਾ ਕਿ ਕੰਮ ਉਹਨਾਂ ਗਲਤ ਕੀਤਾ। ਜੀ ਉਹਨਾਂ ਦਾ ਇੱਕ ਬੰਦਾ ਪ੍ਰਬੰਧਕੀ ਕਮੇਟੀ ਦਾ, ਛੋਟਾ ਲੀਡਰ ਹੋਵੇ ਵੱਡਾ ਲੀਡਰ ਹੋਵੇ, ਪਰਾਈ ਔਰਤ ਨਾਲ ਗੁਰੂ ਘਰ ਦੇ ਵਿੱਚ ਕਮਰੇ 'ਚ ਬੰਦ 'ਚ ਲੋਕਾਂ ਆ ਕੇ ਘੇਰ ਲਿਆ, ਥਾਣੇ ਤੱਕ ਗੱਲ ਚਲੀ ਗਈ, ਅਕਾਲ ਤਖਤ ਤੱਕ ਚਲੀ ਗਈ। ਫਿਰ ਉਹ ਕੇਸ ਅਕਾਲ ਤਖਤ ਤੇ ਚਲਾ ਗਿਆ, ਇਹ ਵੀ ਅਕਾਲ ਤਖਤ ਤੇ ਚਲੇ ਗਏ। ਜੀ ਅਕਾਲ ਤਖਤ ਦੇ ਜਥੇਦਾਰ ਨੂੰ ਚਾਹੀਦਾ ਸੀ ਉੱਥੇ ਸੁਣਵਾਈ ਕਰਦਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਦੇ 5-7 ਮੈਂਬਰਾਂ ਨੂੰ ਨਾਲ ਲੈ ਕੇ ਤੇ ਗੁਰਦੁਆਰਾ ਘੱਲੂਘਾਰਾ ਸਾਹਿਬ 'ਚ ਇੱਦਾਂ ਚਲੇ ਗਏ ਜਿਵੇਂ ਧੱਕੇ ਨਾਲ ਕਬਜ਼ਾ ਕਰਨਾ ਹੁੰਦਾ। ਇਹ ਕੰਮ ਅਕਾਲ ਤਖਤ ਦੇ ਜਥੇਦਾਰ ਦਾ ਨਹੀਂ ਸੀ। ਕਹਿੰਦੇ ਜੀ ਅਖੰਡ ਪਾਠ ਸ਼ੁਰੂ ਕਰਾਉਣ ਗਏ, ਆ ਸਾਰੇ ਪੰਜਾਬ 'ਚ ਅਖੰਡ ਪਾਠ ਹੁੰਦੇ ਪਏ ਆ, ਉਹ ਅਕਾਲ ਤਖਤ ਦਾ ਜਥੇਦਾਰ ਤਾਂ ਨਹੀਂ ਸ਼ੁਰੂ ਕਰਾਉਣ ਜਾਂਦਾ, ਲੋਕੀ ਆਪੇ ਕਰ ਲੈਂਦੇ। ਜੀ ਇਹਦੇ ਨਾਲ ਗਲਤ ਪ੍ਰਭਾਵ ਗਿਆ ਕਿ ਜਥੇਦਾਰ ਇੱਕ ਧਿਰ ਨਾਲ ਖਲੋ ਗਿਆ। ਹੁਣ ਉਸ ਕਮੇਟੀ ਵਾਲਿਆਂ ਨੇ ਕਹਿਤਾ ਜੀ ਅਸੀਂ ਇਸ ਜਥੇਦਾਰ ਨੂੰ ਜਥੇਦਾਰ ਹੀ ਨਹੀਂ ਮੰਨਦੇ। ਅੰਮ੍ਰਿਤਸਰ ਦੇ ਲਾਗੇ, ਅੰਮ੍ਰਿਤਸਰ ਤੇ ਤਰਨਤਾਰਨ ਦੇ ਵਿਚਾਲੇ ਚੱਬਾ ਪਿੰਡ ਜਿਹੜਾ ਸਰਬੱਤ ਖਾਲਸਾ ਹੋਇਆ, 1.5-2 ਲੱਖ ਲੋਕ ਇਕੱਠੇ ਹੋਏ ਸੀ, ਜੀ ਜਿਨ੍ਹਾਂ ਨੂੰ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਮੰਨਿਆ। ਅਸੀਂ ਉਹਨਾਂ ਕੋਲ ਪੇਸ਼ ਹੋਵਾਂਗੇ, ਅਸੀਂ ਇਹਦੇ ਕੋਲ ਪੇਸ਼ ਨਹੀਂ ਹੋਣਾ। ਇਹ ਉਹਨਾਂ ਦਾ ਫੈਸਲਾ ਠੀਕ ਹੈ ਗਲਤ ਹੈ, ਜੋ ਵੀ ਹੋਵੇ, ਇਹਦੇ ਉੱਤੇ ਤਾਂ ਬਹਿਸ ਹੋ ਸਕਦੀ ਹੈ। ਅਕਾਲ ਤਖਤ ਦੇ ਜਥੇਦਾਰ ਦਾ ਜਿਹੜਾ ਰੋਲ ਹੈ, ਉਹ ਵੀ ਜਿਸ ਤਰ੍ਹਾਂ ਜਾ ਕੇ ਉੱਥੇ ਅਕਾਲ ਤਖਤ ਦੇ ਜਥੇਦਾਰ ਦੇ ਤੌਰ ਤੇ ਨਹੀਂ, ਅਕਾਲੀ ਲੀਡਰ ਦੇ ਤੌਰ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਗਿਆ, ਉਹ ਵੀ ਵਿਹਾਰ ਗਲਤ ਹੈ। ਜੀ ਪਰ ਇਹਦਾ ਮਤਲਬ ਇਹ ਬਿਲਕੁਲ ਨਹੀਂ ਕਿ ਗੁਰਦੁਆਰਾ ਘੱਲੂਘਾਰਾ ਦੀ ਪ੍ਰਬੰਧਕ ਕਮੇਟੀ ਠੀਕ ਹੈ। ਜੇ ਉਸ ਪ੍ਰਬੰਧਕ ਕਮੇਟੀ ਦਾ ਕੋਈ ਮੈਂਬਰ ਪਰਾਈ ਔਰਤ ਨੂੰ ਗੁਰੂ ਘਰ 'ਚ ਲੈ ਕੇ ਆਉਂਦਾ ਤੇ ਬੰਦ ਕਮਰੇ 'ਚ ਫੜਿਆ ਜਾਂਦਾ ਤੇ ਸਜ਼ਾ ਮਿਲਣੀ ਚਾਹੀਦੀ ਹੈ। ਇਹਦੇ ਤੋਂ ਵੀ ਭੈੜੀ ਗੱਲ ਇਹ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਦਾ ਜਿਹੜਾ ਆਪਣਾ ਗੈਸਟ ਹਾਊਸ ਹੈ, ਜਿੱਥੇ ਉਹਨਾਂ ਦੇ ਸੀਨੀਅਰ ਲੀਡਰ ਜਾਂਦੇ, ਵੱਡੇ ਪ੍ਰਬੰਧਕ ਜਾਂਦੇ, ਉੱਥੇ ਇੱਕ ਟਾਇਲਟ ਸੀਟ ਲਾਈ ਗਈ ਹੈ। ਉਹ ਟਾਇਲਟ ਸੀਟ ਬੜੀ ਅਸ਼ਲੀਲ ਹੈ, ਔਰ ਇਹੋ ਜਿਹੀਆਂ ਗੰਦੇ ਮੰਦੇ ਕਲੱਬਾਂ 'ਚ ਜਿੱਥੇ ਪੁੱਠੇ ਕੰਮ ਹੁੰਦੇ ਆ, ਉੱਥੇ ਲੱਗੀਆਂ ਹੋਣ ਤੇ ਚੱਲ ਜਾਂਦੀਆਂ ਨੇ। ਹਾਲਾਂਕਿ ਉੱਥੇ ਵੀ ਇਹੋ ਜਿਹੀ ਅਸ਼ਲੀਲਤਾ, ਔਰਤਾਂ ਦੇ ਸਰੀਰ ਵਾਲੀਆਂ ਟਾਇਲਟ ਸੀਟਾਂ ਬਣਾਉਣ ਦਾ ਕੋਈ ਮਤਲਬ ਨਹੀਂ ਗਾ, ਜੀ ਉਹ ਵੀ ਬਦਤਮੀਜੀ ਹੈ। ਪਰ ਇੱਥੇ ਜੇ ਗੁਰੂ ਘਰ 'ਚ ਵੀ ਉਹੋ ਜਿਹੀ ਸੀਟ ਲਾਈ ਗਈ ਹੈ, ਜਿਹੜੀ ਫੋਟੋ ਵਿਖਾਈ ਗਈ ਹੈ ਕਿ ਇਸ ਤਰ੍ਹਾਂ ਦੀ ਸੀਟ ਲਾਈ ਹੈ, ਤੇ ਫਿਰ ਇਹ ਪ੍ਰਬੰਧਕ ਵੀ ਇਸ ਕਿਸਮ ਦੇ ਹੈ ਨਹੀਂ ਕਿ ਇਹਨਾਂ ਨੂੰ ਪ੍ਰਬੰਧਕ ਰੱਖਿਆ ਜਾਵੇ। ਇਹਨਾਂ ਦੇ ਬਾਰੇ ਵੀ ਕਿਤੇ ਨਾ ਕਿਤੇ ਤੜਾਵਾਂ ਇਹਨਾਂ ਦੀਆਂ ਕੱਸਣ ਦੀ ਲੋੜ ਹੈ। ਜੋ ਹੋ ਰਿਹਾ ਉਹ ਠੀਕ ਨਹੀਂ ਹੋ ਰਿਹਾ। ਮੈਂ ਇਹ ਸਮਝਦਾ ਕਿ ਇਸ ਮਾਮਲੇ 'ਚ ਇਹਨਾਂ ਨੂੰ ਵੀ, ਜੇ ਇਹਨਾਂ 'ਚ ਕੋਈ ਗਲਤ ਬੰਦੇ ਆ, ਛਾਂਗਣੇ ਚਾਹੀਦੇ ਆ, ਪਰ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਪਾਸੇ ਬੈਠ ਕੇ ਫੈਸਲਾ ਕਰਨਾ ਚਾਹੀਦਾ। ਜੀ ਅਕਾਲੀ ਲੀਡਰਾਂ ਸੁੱਚਾ ਸਿੰਘ ਲਗਾਹ ਦੇ ਨਾਲ ਅਕਾਲ ਤਖਤ ਦਾ ਜਥੇਦਾਰ ਤੁਰ ਪਵੇ, ਇਹ ਚੰਗਾ ਤਾਂ ਨਹੀਂ ਲੱਗਦਾ।
ਪਨੂ ਸਾਹਿਬ, ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਸੀ ਤੇ ਹੁਣ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਇਹ ਮਾਮਲਾ ਕਿੱਦਾਂ ਦਾ ਸੀ ਤੇ ਬਰੀ ਆਖਰਕਾਰ ਕਿਉਂ ਕੀਤਾ ਗਿਆ? ਪ੍ਰਧਾਨ ਮੰਤਰੀ ਜ਼ੁਲਫਕਾਰ ਅਲੀ ਭੁੱਟੋ ਨੂੰ ਫਾਂਸੀ ਲਾਏ ਜਾਣ ਤੋਂ ਬਾਅਦ ਉੱਥੇ ਰਾਜਕਾਜ ਦੇ ਉੱਤੇ ਕਾਬਜ਼ ਹੁੰਦਾ ਸੀ, ਧੱਕੇ ਨਾਲ ਰਾਸ਼ਟਰਪਤੀ ਬਣਿਆ ਸੀ ਜਨਰਲ ਜ਼ਿਆਉਲ ਹਕ ਜੀ। ਉਹਦੇ ਰਾਜ ਵਿੱਚ ਬੇਨਜ਼ੀਰ ਭੁੱਟੋ ਜੇਲ੍ਹ 'ਚ ਹੁੰਦੀ ਸੀ। ਫਿਰ ਉਹ ਹਵਾਈ ਹਾਦਸੇ 'ਚ ਮਰ ਗਿਆ। ਉਹਦੇ ਨਾਲ ਜਿਹੜਾ ਉਪ ਰਾਸ਼ਟਰਪਤੀ ਸੀ ਇਸਹਾਕ ਖਾਨ, ਉਹਨੇ ਚੋਣਾਂ ਕਰਾਤੀਆਂ। ਚੋਣਾਂ 'ਚ ਬੇਨਜ਼ੀਰ ਭੁੱਟੋ 1990 'ਚ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣੀ। ਉਹ ਪ੍ਰਧਾਨ ਮੰਤਰੀ ਬਣੀ ਤੇ ਉਹਦਾ ਪਤੀ ਆਸਿਫ ਅਲੀ ਜ਼ਰਦਾਰੀ ਜਿਹੜਾ ਜੀ, ਇਹਦਾ ਨਾਮ ਉਸੇ ਵੇਲੇ ਮਿਸਟਰ 10% ਪੈ ਗਿਆ ਕਿ ਬੇਨਜ਼ੀਰ ਭੁੱਟੋ ਦੇ ਕੋਲ ਜਿਹੜੀ ਫਾਈਲ ਜਾਂਦੀ ਆ, ਮਨਜ਼ੂਰ ਹੋਵੇ ਨਾ ਹੋਵੇ, ਆਪਣਾ 10% ਪਹਿਲਾਂ ਰਖਾ ਲੈਂਦਾ ਜੀ। ਬੇਨਜ਼ੀਰ ਭੁੱਟੋ ਦੂਸਰੀ ਵਾਰੀ ਪ੍ਰਧਾਨ ਮੰਤਰੀ ਬਣੀ। ਫਿਰ ਉਹ ਕੋਈ ਤੀਸਰੀ ਵਾਰ ਬਣਨ ਤੋਂ ਪਹਿਲਾਂ ਉਹ ਗੋਲੀ ਮਾਰ ਕੇ ਮਾਰ ਦਿੱਤੀ ਗਈ। ਉੱਥੇ ਹੁਣ ਤੱਕ 3-4 ਪ੍ਰਧਾਨ ਮੰਤਰੀ ਮਰੇ ਆ। ਪਹਿਲਾ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ ਵੀ ਗੋਲੀ ਮਾਰ ਕੇ ਮਾਰਿਆ ਸੀ। ਜ਼ੁਲਫਕਾਰ ਅਲੀ ਭੁੱਟੋ ਫਾਂਸੀ ਟੰਗਿਆ ਸੀ। ਜਦੋਂ ਬੇਨਜ਼ੀਰ ਗੋਲੀ ਮਾਰ ਕੇ ਮਾਰ ਦਿੱਤੀ ਗਈ, ਉਸ ਤੋਂ ਬਾਅਦ ਦੀਆਂ ਚੋਣਾਂ 'ਚ ਪਾਰਟੀ ਉਹਦੀ ਲਗਭਗ ਜਿੱਤ ਗਈ, ਪਰ ਜਨਰਲ ਮੁਸ਼ੱਰਫ ਇਹਨਾਂ ਨੂੰ ਰਾਜ ਦੇਣ ਨੂੰ ਤਿਆਰ ਨਹੀਂ ਸੀ, ਕਿਉਂਕਿ ਬੇਨਜ਼ੀਰ ਭੁੱਟੋ ਦਾ ਕਤਲ ਕਹਿੰਦੇ ਸੀ ਮੁਸ਼ੱਰਫ ਨੇ ਕਰਾਇਆ। ਫਿਰ ਮੁਸ਼ੱਰਫ ਦਾ ਤੇ ਬੇਨਜ਼ੀਰ ਭੁੱਟੋ ਦੇ ਪਤੀ ਆਸਿਫ ਅਲੀ ਜ਼ਰਦਾਰੀ ਦਾ ਸਮਝੌਤਾ ਹੋਇਆ ਜੀ। ਮੁਸ਼ੱਰਫ ਨੇ ਸਮਝੌਤੇ ਦੇ ਵਿੱਚ ਆਸਿਫ ਅਲੀ ਜ਼ਰਦਾਰੀ ਦੇ ਖਿਲਾਫ ਜਿੰਨੇ ਭ੍ਰਿਸ਼ਟਾਚਾਰ ਦੇ ਕੇਸ ਸੀ ਉਹ ਰੱਦ ਕਰਤੇ ਤੇ ਫੈਸਲਾ ਇਹ ਕਿ ਤੂੰ ਮੇਰੇ ਖਿਲਾਫ ਮੁਕੱਦਮੇ ਨਾ ਚਲਾਵੀਂ। ਜ਼ਰਦਾਰੀ ਰਾਸ਼ਟਰਪਤੀ ਬਣ ਗਿਆ। ਸੁਪਰੀਮ ਕੋਰਟ ਨੇ ਆਖਿਆ ਉਹ ਕੇਸ ਦੁਬਾਰਾ ਖੋਲੋ, ਭ੍ਰਿਸ਼ਟਾਚਾਰ ਦੇ ਕੇਸ ਦੁਬਾਰਾ ਖੁੱਲ੍ਹ ਗਏ। ਜਿੰਨਾ ਚਿਰ ਤੱਕ ਉਹ 5 ਸਾਲ ਰਾਸ਼ਟਰਪਤੀ ਰਿਹਾ, ਉਹ ਭ੍ਰਿਸ਼ਟਾਚਾਰ ਦੇ ਕੇਸਾਂ 'ਚ ਇੱਕ ਪ੍ਰਧਾਨ ਮੰਤਰੀ ਦੀ ਵੀ ਬਲੀ ਲੈ ਲਈ ਕੇਸ ਉਹ ਚੱਲਦੇ ਰਹੇ ਜੀ। ਜਿਹੜੇ ਕੇਸ ਇੰਨੇ ਸਟਰੋਂਗ ਸੀ ਕਿ ਸੁਪਰੀਮ ਕੋਰਟ ਕਹਿੰਦੀ ਸੀ ਰਾਸ਼ਟਰਪਤੀ ਨੂੰ ਵੀ ਅਦਾਲਤ ਦੇ ਕਟਹਿਰੇ 'ਚ ਖੜਾ ਕਰਨਾ। ਪ੍ਰਧਾਨ ਮੰਤਰੀ ਕਹਿੰਦਾ ਸੀ ਰਾਸ਼ਟਰਪਤੀ ਨੂੰ ਸੱਦਿਆ ਨਹੀਂ ਜਾ ਸਕਦਾ, ਇਸ ਕਰਕੇ ਪ੍ਰਧਾਨ ਮੰਤਰੀ ਨੂੰ ਅਦਾਲਤ ਦਾ ਹੁਕਮ ਨਾ ਮੰਨਣ ਕਰਕੇ ਗੱਦੀ ਵੀ ਛੱਡਣੀ ਪੈ ਗਈ ਜੀ। ਉਦੋਂ ਆਸਿਫ ਅਲੀ ਜ਼ਰਦਾਰੀ ਕਰਪਟ ਸੀ ਤੇ ਹੁਣ ਜਦੋਂ ਰਾਸ਼ਟਰਪਤੀ ਨਹੀਂ ਗਾ, ਬਾਹਰ ਬੈਠਾ ਕੇਸਾਂ ਦੀ ਪੈਰਵੀ ਕਰਦਾ ਪਿਆ, ਹੁਣ ਉਹ ਕਰਪਟ ਸਾਬਤ ਨਹੀਂ ਹੋ ਰਿਹਾ। ਕਿਉਂ? ਕਿਉਂਕਿ ਜਿੰਨੇ ਗਵਾਹ ਸੀ ਜੀ, ਉਹਨਾਂ ਸਾਰਿਆਂ ਨੇ ਇੱਕ ਇੱਕ ਕਰਕੇ ਅਦਾਲਤ ਵਿੱਚ ਜਾ ਕੇ ਇੱਕੋ ਗੱਲ ਹੀ ਆਖੀ ਹੈ, ਮੈਨੂੰ ਤਾਂ ਜੀ ਚੇਤਾ ਹੀ ਕੋਈ ਨਹੀਂ, ਮੈਨੂੰ ਤਾਂ ਜੀ ਉਂਝ ਹੀ ਭੁੱਲ ਗਿਆ, ਗੱਲ ਬਹੁਤ ਪੁਰਾਣੀ ਹੈ, ਮੈਨੂੰ ਯਾਦ ਹੀ ਕੱਖ ਨਹੀਂ। ਜਦੋਂ ਸਾਰੇ ਦੇ ਸਾਰੇ ਗਵਾਹ ਜਾ ਕੇ ਉੱਥੇ ਇਹ ਕਹਿਣ ਕਿ ਸਾਨੂੰ ਯਾਦ ਹੀ ਕੋਈ ਨਹੀਂ, ਸਾਨੂੰ ਭੁੱਲ ਗਿਆ। ਸਾਡੇ ਪੰਜਾਬੀ 'ਚ ਕਹਿੰਦੇ ਆ ਕਿ ਮਰ ਗਿਆ ਤੇ ਮੁੱਕਰ ਗਿਆ ਇੱਕ ਬਰਾਬਰ ਹੁੰਦੇ ਆ ਜੀ। ਜਦੋਂ ਸਾਰੇ ਮੁੱਕਰ ਹੀ ਗਏ, ਸਮਝੋ ਮਰ ਹੀ ਗਏ। ਜੇ ਗਵਾਹ ਮਰ ਜਾਵੇ ਤਾਂ ਵੀ ਗਵਾਹੀ ਦੇਣ ਨਹੀਂ ਆ ਸਕਦਾ, ਤੇ ਜੇ ਮੁੱਕਰ ਜਾਵੇ ਤੇ ਤਾਂ ਵੀ ਸਿੱਧੇ ਤੌਰ ਤੇ ਕਹਿੰਦਾ ਮੈਨੂੰ ਕੱਖ ਨਹੀਂ ਯਾਦ, ਮੈਂ ਨਹੀਂ ਗਵਾਹ ਜੀ। ਤੇ ਫਿਰ ਜੱਜ ਨੇ ਆਸਿਫ ਅਲੀ ਜ਼ਰਦਾਰੀ ਨੂੰ ਬਰੀ ਕਰਨਾ ਹੀ ਕਰਨਾ ਸੀ। ਇਹ ਬਰੀ ਹੋਇਆ ਨਹੀਂ। ਸਮਝ ਲਓ ਬਰੀ ਹੋਣ ਵਾਸਤੇ ਮੁਲਜ਼ਮ ਦਾ ਤੇ ਗਵਾਹਾਂ ਦਾ ਇੱਕ ਕਿਸਮ ਦਾ ਕੋਈ ਸੌਦਾ ਹੋਇਆ। ਮਿਸਟਰ 10% ਨੇ ਜੋ 10% ਚੋਂ 5, 6, 7, 8% ਕੋਈ ਆਸੇ-ਪਾਸੇ ਲਾ ਦਿੱਤੇ ਹੋਣ ਸੌਦੇਬਾਜ਼ੀ ਦੇ, ਤੇ ਕੀ ਹਰਜ ਹੈ, ਉਹਦੇ ਵਿੱਚੋਂ ਉਹ ਨਿਕਲ ਗਿਆ। ਇਹਦਾ ਮਤਲਬ ਇਹ ਬਿਲਕੁਲ ਨਹੀਂ ਕਿ ਜ਼ਰਦਾਰੀ ਸਾਫ਼ ਸੁਥਰਾ, ਜ਼ਰਦਾਰੀ ਮਿਸਟਰ 10% ਹੀ ਹੈ ਜੀ। ਇਸੇ ਦੇ ਨਾਲ ਹੀ ਦਰਸ਼ਕਾਂ ਕੋਲੋਂ ਵੀ ਇਜਾਜ਼ਤ ਲੈਣ ਦਾ ਸਮਾਂ ਆ ਚੁੱਕਾ ਹੈ। ਤੁਸੀਂ ਸਾਡੇ ਸਟੂਡੀਓ 'ਚ ਆਏ ਇਸ ਲਈ ਬਹੁਤ-ਬਹੁਤ ਧੰਨਵਾਦ। ਸੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਅੱਜ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ। If you like this video, please subscribe the channel, like and share this video.